अस्सलाम वालेकुम नाज़रीन, कमर अब्बास मंज तुहाडी खिदमत च हाज़िर आ पंजाबी व्लॉग दे नाल। और मैं वेखदा रहिंदा माशाअल्लाह कि तुसीं इस पंजाबी व्लॉग नूं बहुत पसंद करदे हो ते तमाम व्यूअर्स नूं मैं बहुत-बहुत उन्हां दा शुक्रिया अदा करदा कि ਉਹ ਸਾਡੇ ਇਸ ਪੰਜਾਬੀ ਵਲੌਗ ਨੂੰ ਵੇਖਦੇ ਆ ਤੇ ਆਪਣੀ ਫੀਡਬੈਕ ਵੀ ਦਿੰਦੇ ਆ ਤੇ ਹਮੇਸ਼ਾ ਇਹਦੇ ਚ ਕੋਸ਼ਿਸ਼ ਇਹ ਕੀਤੀ ਹੈ ਕਿ ਮਾਸ਼ਰੇ ਦੀ ਕੋਈ ਨਾ ਕੋਈ ਸਲਾਹ ਕਰ ਲਈਏ, ਕੁਝ ਆਪਣੀ ਸਲਾਹ ਕਰ ਲਈਏ ਤੇ ਤਾਂ ਕਿ ਜਿਹੜੀਆਂ ਚੀਜ਼ਾਂ ਕੁਝ ਬਿਹਤਰ ਹੋਣ ਤੇ ਬਿਹਤਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਹਮੇਸ਼ਾ। ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਤੁਹਾਡੇ ਕੋਲ ਲੈ ਕੇ ਆਏ ਹਾਂ ਕਿ ਸਾਡੇ ਪਾਕਿਸਤਾਨੀਆਂ ਦਾ ਇੱਕ ਪ੍ਰੋਬਲਮ ਆ ਕਿ ਚੰਗੀ ਗੱਲ ਤੇ ਚਲੋ ਲੈ ਕੇ ਫੈਲਾਣੀ ਚਾਹੀਦੀ ਆ, ਬਲਕਿ ਉਹਦੀ ਤਸ਼ਹੀਰ ਕਰਨੀ ਚਾਹੀਦੀ ਆ, ਉਹਦੀ ਤਾਰੀਫ ਵੀ ਕਰਨੀ ਚਾਹੀਦੀ ਹੈ। ਲੇਕਿਨ ਅਸੀਂ ਕੁਝ ਬੁਰੀਆਂ ਚੀਜ਼ਾਂ ਨੂੰ ਲੈ ਕੇ ਕੁਝ ਜ਼ਿਆਦਾ ਕੌਨਸ਼ੀਅਸ ਹੋ ਜਾਂਦੇ ਹਾਂ, ਉਹਨੂੰ ਲੈ ਕੇ ਤੁਰ ਪੈਂਦੇ ਹਾਂ ਤੇ ਉਹ ਫਿਰ ਅਸੀਂ ਤਸ਼ਹੀਰ ਕਰਦੇ ਹਾਂ। ਫਿਰ ਅਸੀਂ ਇਹ ਨਹੀਂ ਵੇਖਦੇ ਕਿ ਕਿਸੇ ਦੀ ਇੱਜ਼ਤ ਬਾਕੀ ਬਚੂਗੀ ਜਾਂ ਨਹੀਂ ਬਚੂਗੀ। ਯਾਨੀ ਕਿ ਅਸੀਂ ਉਹਦੀ ਇੱਜ਼ਤ ਤੇ ਖਰਾਬ ਹੋਈ ਹੋਈ ਤੇ ਮਜ਼ੀਦ ਅਸੀਂ ਭੱਠਾ ਬਿਠਾਉਣ ਦੇ ਵਿੱਚ ਬੜਾ ਅਹਿਮ ਕਿਰਦਾਰ ਅਦਾ ਕਰਦੇ ਹਾਂ। ਹਾਂਜੀ, ਅੱਜ ਦੀ ਜਿਹੜੀ ਮੈਂ ਗੱਲ ਕਰ ਰਿਹਾ, ਇੱਜ਼ਤ ਦੀ ਗੱਲ ਕਰ ਰਿਹਾ, ਤੇ ਉਹ ਮੈਂ ਇਸ ਤਰ੍ਹਾਂ ਕਰ ਰਿਹਾ ਕਿ ਜੀ ਇੱਕ ਤੁਸੀਂ ਮਸਲਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੇਖਿਆ ਹੋਣਾ ਕਿ ਅਲੀਜ਼ੇ ਸਹਿਰ ਇੱਕ ਜਨਾਬ ਟਿਕਟੋਕਰ ਯੂਟਿਊਬਰ ਆ ਤੇ ਉਹਨਾਂ ਦੀ ਵੀਡੀਓ ਜਿਹੜੀ ਇੱਕ ਵਾਇਰਲ ਹੋਈ ਆ, ਜਿਹੜੀ ਬਹੁਤ ਨਦਾਮਤ ਦਾ ਬਾਇਸ ਵੀ ਹੈ, ਸ਼ਰਮਿੰਦਗੀ ਦਾ ਬਾਇਸ ਵੀ ਹੈ। ਉਸ ਵੀਡੀਓ ਦੇ ਵਿੱਚ ਉਹਨਾਂ ਦੀਆਂ ਕੁਝ ਨਾਜ਼ੇਬਾ ਵੀਡੀਓ ਸੀ ਉਹ, ਤੇ ਉਹਨੂੰ ਕੀ ਕੀਤਾ ਹੈ ਕਿ ਸਾਡੇ ਯੂਟਿਊਬਰ ਤੇ ਟਿਕਟੋਕਰਾਂ ਨੇ ਉਹਨੂੰ ਚੱਕ ਕੇ ਨਾਲ ਆਪਣੇ ਜਿਹੜੇ ਵਲੌਗਸ ਵਗੈਰਾ ਲੋਕ ਕਰਦੇ ਆ, ਉਹਨਾਂ ਦੇ ਵਿੱਚ ਉਹਨਾਂ ਨੇ ਜਨਾਬ ਉਹਨੂੰ ਰੱਖ ਕੇ ਤੇ ਉਹਦੀ ਵੀਡੀਓ ਦਾ ਇੱਕ ਟੋਟਾ ਲਾ ਕੇ ਨਾ ਥੰਬਨੇਲ ਤੇ ਜਨਾਬ ਉਹਨੂੰ ਵਾਇਰਲ ਕਰਨਾ ਸ਼ੁਰੂ ਕੀਤਾ ਸਿਰਫ ਆਪਣੇ ਵਿਊਜ਼ ਲਈ। ਤੇ ਇਹ ਨਹੀਂ ਵੇਖਣ ਦੇ ਕਿ ਇਹਦੇ 'ਚ ਬਦਨਾਮੀ ਕਿੰਨੀ ਆ ਤੇ ਅਸੀਂ ਉਹਨੂੰ ਇੱਜ਼ਤ ਦੇਣ ਦੀ ਬਜਾਏ ਜਾਂ ਉਸ ਗੁਨਾਹ ਨੂੰ ਛੁਪਾਉਣ ਦੀ ਬਜਾਏ ਅਸੀਂ ਹੋਰ ਉਹਦੀ ਤਸ਼ਹੀਰ ਕਰਨ ਦੇ। ਇਹਨਾਂ ਦੇ ਉੱਤੇ ਗੱਲ ਕਰਾਂਗੇ। ਪਹਿਲੀ ਗੱਲ ਤੇ ਇਹ ਆ ਜੀ ਕਿ ਅਲੀਜ਼ਾ ਸਹਿਰ ਦੀ ਗੱਲ ਕਰਾਂਗੇ ਅਸੀਂ ਕਿ ਯੂਟਿਊਬਰ ਮਤਲਬ ਔਰ ਟਿਕਟੋਕਰ, ਬੜਾ ਨਾਮ ਕਮਾਇਆ ਉਹਨਾਂ ਨੇ ਤੇ ਬੜੀ ਸ਼ੋਹਰਤ ਪਾਈ ਤੇ ਨਾਲ ਪੈਸਾ ਵੀ ਕਮਾਇਆ। ਯਾਨੀ ਉਹ ਟਿਕਟੋਕ ਤੋਂ ਤੇ ਯੂਟਿਊਬ ਤੋਂ ਕਿੱਦਾਂ ਪੈਸਾ ਕਮਾਇਆ? ਉਹ ਕਿਹੜਾ ਕੋਈ ਮਕੈਨਿਕ ਆ ਜਾਂ ਕੋਈ ਖਰਾਦ ਦਾ ਕੰਮ ਕਰਦੇ ਆ? ਮਤਲਬ ਉਹ ਕਰਦੇ ਆ ਜੀ ਆਪਣਾ ਟਿਕਟੋਕ ਦੇ ਉੱਤੇ ਸਿਰਫ ਜਸਟ ਆਪਣੀ ਇੱਕ ਵੀਡੀਓ ਪਾਉਂਦੇ ਆ ਤੇ ਨਾ ਬੋਲਣਾ ਆ, ਸਿਰਫ ਗਾਣੇ ਲਾ ਦਿੱਤੇ ਤੇ ਜਨਾਬ ਬੋਲਦੇ ਵੀ ਆ ਮਾਸ਼ਾਅੱਲਾ ਕਿਤੇ ਕਿਤੇ। ਉਹਦੇ ਤੋਂ ਪੈਸਾ ਕਮਾਇਆ, ਘਰ ਬਣਾਇਆ, ਮਤਲਬ ਬੜੀ ਪਜ਼ੀਰਾਈ ਹਾਸਲ ਕੀਤੀ। ਤੇ ਪੈਸਾ ਕਿੱਥੋਂ ਆਇਆ? ਟਿਕਟੋਕਰਸ ਕੋ ਪੈਸਾ ਕਿੱਥੋਂ ਆਉਂਦਾ ਹੈ ਜੀ? ਸਾਰਾ ਨਿਜ਼ਾਮ ਕਿਸ ਤਰ੍ਹਾਂ ਚੱਲਦਾ ਹੈ? ਇਹ ਇੱਕ ਲਹਿਦਾ ਬਹਿਸ ਹੈ। ਲੇਕਿਨ ਇਹਦੇ ਵਿੱਚ ਜਿਹੜਾ ਅੱਜ ਦਾ ਮਸਲਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੇ ਹਾਂ ਉਹ ਇਹ ਹੈ ਕਿ ਜਨਾਬ ਉਹਨਾਂ ਦੀ ਵੀਡੀਓ ਵਾਇਰਲ ਹੋਈ, ਮਤਲਬ ਕਿਸੇ ਬੰਦੇ ਨੇ ਵਾਇਰਲ ਕੀਤੀ ਤੇ ਉਸ ਵੀਡੀਓ ਨੂੰ ਮਤਲਬ ਲੋਕਾਂ ਨੇ ਚੱਕਿਆ ਔਰ ਦੇਖਿਆ ਔਰ ਬਹੁਤ ਸਾਰਿਆਂ ਨੇ ਇਹਨੂੰ ਮਤਲਬ ਬੈਡ ਕਮੈਂਟਸ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਸੋਸ਼ਲ ਮੀਡੀਆ ਤੇ ਮਿਲਦੀਆਂ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਮੇਰਾ ਖਿਆਲ ਹੈ ਕਿ ਅਲੀਜ਼ਾ ਸਹਿਰ ਦੀ ਉਸ ਵੀਡੀਓ ਨੂੰ ਲੈ ਕੇ ਕਾਫੀ ਸਾਰੇ ਵਿਊਜ਼ ਵੀ ਕਮਾਉਣ ਡਏ ਤੇ ਮਤਲਬ ਆਪਣੇ YouTube ਚੈਨਲ ਦੀ ਇੱਕ ਕਹਿ ਲਓ ਕਿ ਰੇਟਿੰਗ ਵਧਾਉਣ ਡਏ ਆ ਸਿਰਫ ਉਹ। ਲੇਕਿਨ ਉਹ ਰੇਟਿੰਗ ਇਸ ਤਰੀਕੇ ਨਾਲ ਵਧਾ ਰਹੇ ਆ ਕਿ ਮਤਲਬ ਉਹਦਾ ਇੱਕ ਮੈਂ ਰੀਸੈਂਟਲੀ ਇੱਕ ਦੇਖਿਆ ਇੱਕ ਬੰਦੇ ਦਾ ਵਲੌਗ ਤੇ ਉਹ ਕਹਿੰਦਾ ਜੀ ਥੋੜੀ ਜਿਹੀ ਵੀਡੀਓ ਵਿਖਾ ਕੇ ਕਹਿੰਦਾ ਜੀ ਅੱਗੇ ਐਂਡ ਤੇ ਜਾ ਕੇ ਤੁਹਾਨੂੰ ਮੈਂ ਆਪਣੀ ਵੀਡੀਓ ਵਿਖਾਊਂਗਾ ਤੇ ਪੂਰੀ ਵੀਡੀਓ ਤੁਸੀਂ ਦੇਖ ਲਓ ਤੇ ਵਿੱਚ ਕੋਈ ਕੰਮ ਦੀ ਗੱਲ ਨਹੀਂ, ਸਿਰਫ ਉਹਨੂੰ ਹੀ ਭੰਡਿਆ। ਤੇ ਉਹਨੂੰ ਮੈਂ ਇਦਾਂ ਕਹਾਂਗਾ ਕਿ ਕਿਉਂਕਿ ਮੈਂ ਜ਼ਾਤੀ ਤੌਰ ਤੇ ਜਿਹੜੀ ਮੇਰੀ ਓਪੀਨੀਅਨ ਆ ਜਾਂ ਰਾਏ ਆ ਕਿ ਮਤਲਬ ਇਹ ਚੀਜ਼ ਸਾਡੇ ਮਾਸ਼ਰੇ ਦੇ ਵਿੱਚ ਨਹੀਂ ਹੋਣੀ ਚਾਹੀਦੀ। ਅਗਰ ਇੱਕ ਬੰਦਾ ਗੁਨਾਹ ਕਰ ਲੈਂਦਾ ਤੇ ਅਸੀਂ ਉਹਦੀ ਤਸ਼ਹੀਰ ਸ਼ੁਰੂ ਕਰ ਦਿੰਦੇ ਹਾਂ। ਫਿਰ ਅਸੀਂ ਉਹ ਗੱਲ ਨੂੰ ਇੰਨਾ ਕੁ ਉਛਾਲਦੇ ਹਾਂ ਕਿ ਅਗਲਾ ਬੰਦਾ ਬਜ਼ਿੱਦ ਹੋ ਜਾਂਦਾ ਹੈ ਜਾਂ ਉਹ ਜ਼ਿੱਚ ਹੋ ਜਾਂਦਾ ਹੈ ਕਿ ਮੈਂ ਕੋਈ ਗਲਤ ਕਦਮ ਉਠਾ ਲਵਾਂ। ਤੇ ਦੂਸਰੀ ਗੱਲ ਇਹ ਸੀ ਕਿ ਲੀਜ਼ਾ ਸਹਿਰ ਨੇ ਕਿਉਂ ਕੀਤਾ ਉਹਦੇ 'ਚ ਸਰ ਗੱਲ ਇਹ ਹੈ ਕਿ ਜਦੋਂ ਉਹ ਫੀਮੇਲ ਹੈ, ਮਤਲਬ ਔਰਤ ਆ, ਕੁੜੀ ਆ ਤੇ ਉਹਦੇ ਚਾਹਣ ਵਾਲੇ ਵੀ ਬਹੁਤ ਹੋਣਗੇ ਤੇ ਉਹ ਜਨਾਬ ਮਤਲਬ ਗਿਫਟਸ ਵਗੈਰਾ ਵੀ ਕਾਫੀ ਕੁਛ ਕਰਦੇ ਹੋਣਗੇ, ਕੋਈ ਪੈਸੇ ਵੀ ਇਹ ਉਹ ਸਾਰੀਆਂ ਚੀਜ਼ਾਂ ਮਤਲਬ ਦਿੰਦੇ ਹੋਣਗੇ ਤੇ
ਇੱਕ ਚੀਜ਼ ਦਾ ਮੈਂ ਇੱਥੇ ਹੋਰ ਜ਼ਿਕਰ ਕਰਨਾ ਚਾਹਾਂਗਾ ਕਿ ਹਮੇਸ਼ਾ ਤੁਸੀਂ ਵੇਖੋ ਕਿ ਜਿਹੜੀਆਂ ਫੀਮੇਲਸ ਹੁੰਦੀਆਂ ਟਿਕਟੋਕਰ, ਉਹ ਮੇਲਸ ਦੀ ਨਿਸਬਤ ਜ਼ਿਆਦਾ ਗਰੋ ਅਪ ਹੁੰਦੀਆਂ ਤੇ ਉਹਨਾਂ ਦੀ ਰੇਟਿੰਗ ਜ਼ਿਆਦਾ ਹੁੰਦੀ ਹੈ। ਬਹੁਤ ਸਾਰੇ ਨਾਮ ਆ, ਮੈਂ ਨਾਮ ਨਹੀਂ ਲੈਣਾ ਚਾਹਾਂਗਾ ਇਸ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਸਾਰੇ ਨਾਮ ਆ। ਫਿਰ ਉਹਨਾਂ ਦੀ ਕੋਈ ਮਤਲਬ ਪਰਸਨਲ ਪ੍ਰਾਈਵੇਸੀ ਲਾਈਫ, ਪਰਸਨਲ ਲਾਈਫ ਵੀ ਹੈ ਜਿਹਦੇ 'ਚ ਸਭ ਕੁਝ ਹੁੰਦਾ ਹੋਏਗਾ, ਲੇਕਿਨ ਬਸ ਕਿਸੇ ਕਿਸੇ ਦੀ ਬਦਕਿਸਮਤੀ ਹੈ ਕਿ ਉਹ ਵਾਇਰਲ ਹੋ ਜਾਂਦੀ ਹੈ ਵੀਡੀਓ। ਤੇ ਇਹਦੇ ਵਿੱਚ ਜਨਾਬ ਜਿਹੜੀਆਂ ਚੀਜ਼ਾਂ ਮੈਂ ਐਨਾਲਿਸਿਸ ਕੀਤੀਆਂ ਉਹ ਇਹ ਹੈ ਕਿ ਜਨਾਬ ਜਦੋਂ ਅਸੀਂ ਮਾਂ-ਬਾਪ ਨੇ ਆਪਣੀਆਂ ਬੱਚਿਆਂ ਨੂੰ ਇੰਨਾ ਖੁੱਲ੍ਹ ਦੇ ਦੇਣੀ ਹੈ, ਇੰਨੀ ਛੁੱਟੀ ਦੇ ਦੇਣੀ ਕਿ ਜਾ ਵੀ ਤੂੰ ਜੋ ਕਰਨਾ ਹੈ ਕਰ। ਤੁਸੀਂ ਇਹ ਵੇਖੋ ਕਿ ਇੱਥੇ ਅੱਜ ਕੱਲ੍ਹ ਟਿਕਟੋਕ ਬਣਾ ਕੇ, ਨੱਚ ਕੇ, ਗਾ ਕੇ, ਹਰ ਤਰ੍ਹਾਂ ਦਾ ਸ਼ੁਗਲ ਮੇਲਾ ਲਾ ਕੇ ਤੇ ਪੈਸੇ ਕਮਾਉਂਦੇ। ਇੱਕ ਬੜਾ ਆਸਾਨ ਜ਼ਰੀਆ ਹੋ ਗਿਆ। ਲੇਕਿਨ ਰਿਸਪੈਕਟ ਵੀ ਦੇਖੋ, ਮਤਲਬ ਜਿਹੜਾ ਇੱਕ ਪੜ੍ਹਿਆ ਲਿਖਿਆ ਬੰਦਾ ਕੋਈ ਅਦਾਰਿਆਂ ਦੇ ਵਿੱਚ ਲੱਗਾ, ਅਫੀਸਰ ਲੱਗਾ ਜਾਂ ਕੋਈ ਜੋਬ ਨੌਕਰੀ ਕਰਦਾ ਹੈ ਤੇ ਉਹਨੂੰ ਬੜੀ ਦੇਰ ਲੱਗਦੀ ਹੈ ਆਪਣੇ ਆਪ ਨੂੰ ਗਰੋ ਅਪ ਕਰਨ ਲਈ। ਲੇਕਿਨ ਸਾਡੇ ਮੁਲਕ ਦਾ ਇੱਕ ਅਲਮੀਆ ਵਾ ਕਿ ਉਹਦੇ 'ਚ ਜਨਾਬ ਇੱਦਾਂ ਦੇ ਨੱਚਣ ਗਾਉਣ ਵਾਲੇ ਲੋਕ ਜਿਹੜੇ ਆ ਜਾਂ ਮਤਲਬ ਕੁਛ ਸਲਾਹ, ਮੈਂ ਜ਼ਾਤੀ ਤੌਰ ਤੇ ਉਹਨਾਂ ਦੇ ਖਿਲਾਫ ਨਹੀਂ, ਮਕਸਦ ਇਹ ਆ ਕਿ ਕੋਈ ਸਲਾਹ ਹੋਣੀ ਚਾਹੀਦੀ ਹੈ, ਕੋਈ ਮਤਲਬ ਮੈਸੇਜ ਹੋਣਾ ਚਾਹੀਦਾ ਕੁਛ ਵੀਡੀਓਜ਼ ਦੇ ਵਿੱਚ, ਔਰ ਲੋਕਾਂ ਤੱਕ ਉਹ ਪਹੁੰਚਣੀਆਂ ਚਾਹੀਦੀਆਂ। ਤੇ ਇਹ ਸਿਰਫ ਅਲੀਜ਼ਾ ਸਹਿਰ ਦਾ ਅਗਰ ਜਿਹੜਾ ਵਾਕਿਆ ਪੇਸ਼ ਆਇਆ ਤੇ ਉਹ ਸਿਰਫ ਮਾਂ-ਬਾਪ ਦੀ ਇੱਕ ਕਹਿ ਸਕਦੇ ਹੋ ਕਿ ਰੋਕਣ ਟੋਕਣ, ਨਾ ਰੋਕਣ ਟੋਕਣ ਦੀ ਵਜ੍ਹਾ ਤੋਂ ਇਹ ਵਾਕਿਆ ਪੇਸ਼ ਆਇਆ। ਮਤਲਬ ਉਹਨਾਂ ਨੂੰ ਕੀ ਪਤਾ ਸਾਡੀ ਧੀ ਕੀ ਕਰਨ ਡਈ ਹੈ। ਲੇਕਿਨ ਹਾਂ, ਉਹਦਾ ਇੰਟਰਵਿਊ ਇੱਕ ਉਹਦੇ ਬਾਪ ਦਾ ਮੈਂ ਸੁਣਿਆ ਸੀ ਜਿਹਦੇ 'ਚ ਕਹਿੰਦਾ ਕਿ ਜਨਾਬ ਮੈਂ ਬੜਾ ਖੁਸ਼ ਹਾਂ, ਮੈਂ ਫਖਰ ਆ ਮੈਨੂੰ ਆਪਣੀ ਬੇਟੀ ਤੇ ਕਿ ਉਹਨੇ ਹੋਣਾ ਚਾਹੀਦਾ ਜੀ, ਕਿਉਂਕਿ ਉਹਨੇ ਘਰ ਬਣਾਤਾ ਹੈ, ਪੈਸਾ ਲਿਆਂਦਾ ਹੈ ਘਰ ਦੇ ਵਿੱਚ, ਤੇ ਇਹ ਨਹੀਂ ਪੁੱਛਿਆ ਉਹਦੇ ਕੋਲੋਂ ਕਿ ਕਿੱਥੋਂ ਲਿਆਂਦਾ, ਕਿ ਕਿੱਥੋਂ ਲਿਆ, ਤੇ ਸਿਰਫ ਟੀਵੀ ਤੇ ਬਹਿ ਕੇ ਬਿਆਨ ਦੇ ਦਿੱਤਾ ਕਿ ਮੈਂ ਪੈਸਾ ਲਿਆਂਦਾ। ਤੇ ਅਸੀਂ ਰਹਿੰਦੇ ਹਾਂ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ, ਜਿੱਥੇ ਅਸੀਂ ਗੈਰਤ ਲਈ ਕਤਲ ਵੀ ਕਰਦੇ ਹਾਂ, ਗੈਰਤ ਲਈ ਬੰਦਾ ਵੀ ਮਾਰ ਦਿੰਦੇ ਹਾਂ, ਕਿਉਂਕਿ ਸਾਡੀ ਗੈਰਤ ਉਦੋਂ ਜਾਗਦੀ ਹੈ ਜਦੋਂ ਸਾਰਾ ਸਿਰ ਤੋਂ ਪਾਣੀ ਲੰਘ ਜਾਂਦਾ ਹੈ। ਉਸ ਤੋਂ ਪਹਿਲੇ ਸਾਡੀ ਕੋਈ ਪਕੜ ਦਕੜ ਨਹੀਂ, ਨਾ ਅਸੀਂ ਕਿਸੇ ਨੂੰ ਪੁੱਛਣਾ ਹੈ ਨਾ ਦੱਸਣਾ ਹੈ। ਤੇ ਅਸੀਂ ਆਪਣੇ ਬੱਚਿਆਂ ਨੂੰ ਮੋਬਾਇਲ ਇੱਕ ਲੈ ਕੇ ਦਿੰਦੇ ਹਾਂ ਤੇ ਮਤਲਬ ਔਰ ਅੰਨੇ ਹੋ ਜਾਂਦੇ ਹਾਂ, ਬੋਲੇ ਹੋ ਜਾਂਦੇ ਹਾਂ, ਗੂੰਗੇ ਹੋ ਜਾਂਦੇ ਹਾਂ ਕਿ ਅਸੀਂ ਇਹਨਾਂ ਨੂੰ ਦੱਸੀਏ ਵੀ ਕਿ ਮੋਬਾਇਲ ਇਸ ਤਰ੍ਹਾਂ ਚਲਾਉਣਾ ਹੈ। ਲੇਕਿਨ ਉਹ ਤੁਸੀਂ ਪੜ੍ਹਾਈ ਲਈ ਲੈ ਕੇ ਦਿੰਦੇ ਹੋ ਤੇ ਉਹ ਟਿਕਟੋਕਰ ਬਣ ਜਾਂਦੇ ਨੇ। ਇਹ ਹੀ ਥੋੜ੍ਹਾ ਜਿਹਾ ਮਾਮਲਾ ਹੈ। ਤੇ ਅਲੀਜ਼ੇ ਸ਼ਹਿਰ ਵਾਲੇ ਕੇਸ ਦੇ ਵਿੱਚ ਦੇਖੋ ਜੀ, ਉਹ ਬੰਦੇ ਨੇ ਮਤਲਬ ਇਹਦੇ ਨਾਲ ਗੱਲਬਾਤ ਕਰ ਰਿਹਾ ਸੀ ਮੈਂ ਕਿਸ ਤਰ੍ਹਾਂ ਵਾ, ਮਤਲਬ ਤੇ ਉਹ ਆਖਰ ਉਹਨੇ ਕੋਈ ਇਨਵੈਸਟਮੈਂਟ ਕੀਤੀ ਸੀ ਤੇ ਜਨਾਬ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਲੇਕਿਨ ਮੈਂ ਬਾਕੀ ਲੋਕਾਂ ਨੂੰ ਇੱਕ ਮੈਸੇਜ ਜਿਹੜਾ ਇਸ ਪ੍ਰੋਗਰਾਮ ਦੀ ਤਵੱਸਰ ਮੈਂ ਦੇਣਾ ਚਾਹੁੰਦਾ, ਕਿਉਂਕਿ ਮੈਂ ਬਹੁਤੀ ਡਿਟੇਲ ਵਿੱਚ ਜਾਵਾਂਗਾ, ਬਹੁਤ ਸਾਰੀਆਂ ਚੀਜ਼ਾਂ ਹਿਡਨ ਆ ਜਿਨ੍ਹਾਂ ਨੂੰ ਮੈਂ ਓਪਨ ਨਹੀਂ ਕਰਨਾ ਚਾਹੁੰਦਾ, ਔਰ ਮੇਰੀ ਜ਼ੁਬਾਨ ਜ਼ੇਬ ਨਹੀਂ ਦਿੰਦੀ ਕਿ ਮੈਂ ਉਹਨਾਂ ਨੂੰ ਖੋਲ੍ਹਾਂ। ਤੇ ਬਸ ਮੇਰੀ ਇੱਕ ਜਿਹੜੀ ਗੁਜ਼ਾਰਿਸ਼ ਆ ਜਿੰਨੇ ਵੀ ਯੂਟਿਊਬਰ ਔਰ ਟਿਕਟੋਕਰਸ ਹੈ ਕਿ ਉਹ ਆਪਣੀ ਇੱਜ਼ਤ ਰਿਸਪੈਕਟ ਦਾ ਪਾਸ ਪਹਿਲੇ ਰੱਖਣ, ਮੇਲਸ ਆ, ਫੀਮੇਲਸ ਆ, ਕਿਉਂਕਿ ਪਿਛਲੇ ਦਵਾਰ 'ਚ ਵੀ ਬਹੁਤ ਸਾਰੇ ਟਿਕਟੋਕਰਸ ਦੀਆਂ ਵੀਡੀਓਜ਼ ਇੱਦਾਂ ਵਾਇਰਲ ਹੁੰਦੀਆਂ ਤੇ ਆਉਂਦੀਆਂ ਵਾ, ਮਤਲਬ ਇਹ ਕੋਈ ਨਵੀਂ ਗੱਲ ਨਹੀਂ। ਲੇਕਿਨ ਇਸ ਗੱਲ ਨੂੰ ਕਿੱਦਾਂ ਰੋਕਿਆ ਜਾ ਸਕਦਾ? ਅਸਲ ਮਸਲਾ ਤੇ ਇਹ ਹੈ ਕਿ ਅਸੀਂ ਜਦੋਂ ਇੱਕ ਲਾਈਨ ਆਪਣਾ ਲਿਮਟ ਜਿਹੜੀ ਕ੍ਰਾਸ ਕਰਨੀ ਹੈ, ਜਿਹੜੀ ਸਾਡੀ ਇੱਜ਼ਤ ਗੈਰਤ ਦੀ ਲਿਮਟ ਹੈ ਜ਼ਮੀਨ ਦੀ, ਅਸੀਂ ਜਦੋਂ ਉਹਨੂੰ ਕ੍ਰਾਸ ਕਰਨਾ ਤੇ ਫਿਰ ਇੱਦਾਂ ਦੇ ਵਾਕਿਆਤ ਹੁੰਦੇ, ਜਾਂ ਅਸੀਂ ਜ਼ਿਆਦਾ ਦੀ ਲਾਲਚ 'ਚ ਪੈ ਕੇ ਇੱਦਾਂ ਦੇ ਵਾਕਿਆਤ ਖੁਦ ਆਪ ਕਰ ਲੈਂਦੇ ਹਾਂ। ਇਹ ਵੀ ਹੋ ਸਕਦਾ ਕਿ ਆਪ ਕਰਕੇ ਤੇ ਸ਼ੋਹਰਤ ਹਾਸਲ ਕਰ ਲੈਣੀ। ਲੇਕਿਨ ਇਹ ਬੜੇ ਬੜੇ ਗੰਦੇ ਤੇ ਛਛੋਰੇ ਜਿਹੇ ਜਿਹੜੇ ਨਾ ਟ੍ਰਿਕਸ ਹੈਗੇ ਆ, ਵੀ ਤੁਸੀਂ ਇਹ ਸਭ ਕੁਛ ਆਪਣੀ ਇੱਜ਼ਤ ਦਾ ਤੇ ਲਾ ਕੇ ਤੇ ਤੁਸੀਂ ਆਪਣੇ ਆਪ ਨੂੰ ਪਬਲਿਸਿਟੀ ਦਿਓ। ਤੇ ਜਿਹੜੇ ਟਿਕਟੋਕਰਸ ਔਰ ਯੂਟਿਊਬਰਸ ਇਸ ਵਾਕਿਆ ਨੂੰ ਲੈ ਕੇ ਤੇ ਜਨਾਬ ਥੰਬਨੇਲ ਦੇ ਉੱਪਰ ਅਲੀਜ਼ਾ ਸੈਡ ਦੀ ਤਸਵੀਰ ਲਾ ਕੇ ਵਿਊਜ਼ ਲੈ ਰਹੇ ਨੇ, ਮੈਂ ਉਹਨਾਂ ਲਈ ਇੱਕ ਭਰਾਵਾਂ ਲਈ ਇੱਕ ਮੈਸੇਜ ਭੈਣਾਂ ਲਈ ਦੇਣਾ ਚਾਹ ਰਿਹਾ। ਪਲੀਜ਼ ਖੁਦਾ ਦੇ ਲਈ ਕਿ ਅਲੀਜ਼ਾ ਸਹਿਰ ਹੈ, ਉਹਨੇ ਸਹੀ ਨਹੀਂ ਕੀਤਾ, ਉਹ ਠੀਕ ਨਹੀਂ ਹੈ, ਮਤਲਬ ਇਹਨੂੰ ਅਸੀਂ ਡਿਨਾਈ ਕਰਦੇ ਹਾਂ, ਲੇਕਿਨ ਉਹ ਹੈ ਤੇ ਪਾਕਿਸਤਾਨ ਦੀ ਹੈ ਜਾਂ ਪਾਕਿਸਤਾਨ ਦੀ ਇੱਜ਼ਤ ਹੈ। ਲੇਕਿਨ ਬਦਕਿਸਮਤੀ ਨਾਲ ਅਸੀਂ ਸਾਡੇ ਹੱਥ ਕੋਈ ਚੀਜ਼ ਆਣੀ ਚਾਹੀਦੀ ਹੈ ਤੇ ਫਿਰ ਅਸੀਂ ਐਸੀ ਦੀ ਤੈਸੀ ਤੇ ਉਹਦੀ ਫੇਰਦੇ ਹਾਂ। ਬਸ ਇਹ ਹੀ ਥੋੜ੍ਹਾ ਜਿਹਾ ਸਾਡਾ ਫਰਕ ਹੈ। ਤੇ ਇਹਦੇ 'ਚ ਦੇਖੋ ਸਾਡੇ ਜਿਹੜੇ ਮਾਂ-ਬਾਪ, ਵੱਡੇ ਬਜ਼ੁਰਗ ਜਿਹੜੇ ਹੈਗੇ ਆ, ਭੈਣ ਭਰਾਵਾਂ ਦੀ ਉੱਤੇ ਨਜ਼ਰ ਰੱਖਣ ਕਿ ਮਤਲਬ ਬੱਚਿਆਂ ਆਪਣੇ ਤੇ ਨਜ਼ਰ ਰੱਖਣ ਕੀ ਉਹ ਕਰ ਰਹੇ ਆ। ਅਗਰ ਤੁਸੀਂ ਮੋਬਾਈਲ ਲੈ ਕੇ ਦਿੱਤਾ, ਉਹਨਾਂ ਦਾ ਮੋਬਾਈਲ ਦੇਖੋ, ਚੈੱਕ ਐਂਡ ਬੈਲੈਂਸ ਕਰੋ
ਕਿਹਦੇ ਨਾਲ ਗੱਲ ਕਰ ਰਹੇ, ਕੀ ਕਰ ਰਹੇ, ਕੀ ਨਹੀਂ ਕਰ ਰਹੇ। ਲੇਕਿਨ ਬਦਕਿਸਮਤੀ ਨਾਲ ਇਸ ਤਰ੍ਹਾਂ ਹੁੰਦਾ ਨਹੀਂ, ਜਦੋਂ ਕੋਈ ਮਸਲਾ ਬਣਦਾ ਤੇ ਫਿਰ ਉਹਦਾ ਸੱਦੇਬਾਬ ਕੀਤਾ ਜਾਂਦਾ, ਲੇਕਿਨ ਉਹ ਸੱਦੇਬਾਬ ਨਹੀਂ ਹੁੰਦਾ, ਬਲਕਿ ਜਿਸ ਤਰ੍ਹਾਂ ਹੁਣ ਅਲੀਜ਼ਾ ਸਹਿਰ ਵਾਲਾ ਮਾਮਲਾ ਬਣਿਆ, ਇਸੇ ਤਰ੍ਹਾਂ ਰੋਣ ਪਿੱਟਣ ਹੁੰਦਾ। ਤੇ ਪਿੱਛੇ ਜੇ ਅਲੀਜ਼ਾ ਸਹਿਰ ਦੀ ਵੀ ਇੱਕ ਮੈਂ ਦੇਖੀ ਹੈ ਜੀ, ਉਹਨਾਂ ਨੇ ਕਿਹਾ ਜੀ ਇਹਦਾ ਐਕਸਪਲੇਨੇਸ਼ਨ ਦਿੱਤਾ ਹੈ ਜੀ ਉਹਨਾਂ ਨੇ ਇਸ ਵੀਡੀਓ ਦਾ, ਕਿ ਜੀ ਮੈਂ ਵੀ ਹੁਣ ਉਹਦਾ ਮੁਕਾਬਲਾ ਕਰਾਂਗੀ। ਯਾਨੀ ਉਹਦਾ ਮੁਕਾਬਲਾ ਕਰਾਂਗੀ, ਕੀ ਮਕਸਦ ਮੁਕਾਬਲਾ? ਇੱਕ ਚੀਜ਼ ਤੁਹਾਡੀ ਇੱਜ਼ਤ ਖਰਾਬ ਕਰ ਦਿੱਤੀ, ਹੁਣ ਤੁਸੀਂ ਉਹਨੂੰ ਥਾਣੇ ਕਚਹਿਰੀਆਂ 'ਚ ਘਸੀਟੋਗੇ, ਪਹਿਲੇ ਹੀ ਤੁਸੀਂ ਕੰਟਰੋਲ ਕਰ ਲੈਂਦੇ, ਪਹਿਲੇ ਹੀ ਤੁਸੀਂ ਉਸ ਨਹੇਜ ਤੱਕ ਨਾ ਆਉਂਦੇ, ਨਾ ਉਹਨੂੰ ਲੈ ਕੇ ਆਉਂਦੇ, ਤਾਂ ਕਿ ਤੁਹਾਨੂੰ ਅੱਜ ਇਹ ਜਿਹੜੀ ਕੁਫਤ ਆ, ਅੱਜ ਪਰੇਸ਼ਾਨੀ ਆ, ਨਾ ਤੁਹਾਨੂੰ ਫੇਸ ਕਰਨੀ ਪੈਂਦੀ, ਨਾ ਤੁਹਾਡੇ ਖਾਨਦਾਨ ਨੂੰ ਫੇਸ ਕਰਨੀ ਪੈਂਦੀ, ਤੇ ਨਾ ਤੁਹਾਡੇ ਪਿੰਡ ਦੇ ਲੋਕਾਂ ਨੂੰ, ਮੁਹੱਲੇਦਾਰਾਂ ਨੂੰ, ਕਿਉਂਕਿ ਇੱਕ ਸਿੱਧੀ ਸਾਦੀ ਕੁੜੀ, ਪਿੰਡ ਦੀ ਕੁੜੀ ਸੀ। ਤੇ ਇਹਨਾਂ ਦਾ ਇੱਕ ਬਿਆਨ ਵੀ ਮੈਂ ਦੇਖਿਆ ਜੀ, ਕਿ ਮੈਂ ਇੱਕ ਆਮ ਘਰ ਦੀ ਸੀਗੀ, ਪਿੰਡ ਦੀ ਸੀਗੀ, ਤੇ ਮੈਂ ਜ਼ਿਆਦਾ ਸ਼ੋਹਰਤ ਹਾਸਲ ਕਰ ਲਈ ਤੇ ਲੋਕ ਮੇਰੇ ਤੋਂ ਸੁਣਨ। ਯਾਰ ਦੱਸੋ, ਮਤਲਬ ਤੁਹਾਨੂੰ ਬੀਬੀ ਕੌਣ ਕਿਸੇ ਬੰਦੇ ਨੇ ਖਿੱਚ ਕੇ ਲਿਆਂਦਾ? ਤੁਸੀਂ ਉਸ ਵੀਡੀਓ ਦੇ ਵਿੱਚ, ਮੈਂ ਕਿਉਂਕਿ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਸਭ ਕੁਝ ਆਪ ਕੀਤਾ ਹੈ, ਕਿਸੇ ਨੇ ਕੋਈ ਜ਼ਬਰਦਸਤੀ ਨਹੀਂ ਕੀਤੀ। ਇਹ ਵੀਡੀਓ ਲੀਕ ਹੋ ਗਈ ਕਿਉਂਕਿ ਮਤਲਬ ਵੀਡੀਓ ਬਹੁਤ ਸਾਰੇ ਲੋਕਾਂ ਦੀਆਂ ਲੀਕ ਹੁੰਦੀਆਂ, ਅੱਗੇ ਵੀ ਹੁੰਦੀਆਂ, ਤੁਹਾਨੂੰ ਵੀ ਪਤਾ ਹੈ। ਤੇ ਵੀਡੀਓ ਲੀਕ ਹੋ ਗਈ ਤੇ ਉਹਦੇ ਨਾਲ ਸਾਰੇ ਮਾਮਲਾਤ ਜਿਹੜੇ ਉਹ ਖਰਾਬ ਹੋ ਗਏ। ਲਿਹਾਜ਼ਾ ਮੈਂ ਰਿਕੁਐਸਟ ਕਰਨਾ ਚਾਹੁੰਦਾ ਬਾਕੀ ਸਾਰੇ ਤਮਾਮ ਵੀਵਰਸ ਨੂੰ, ਔਰ ਜਿਹੜੇ ਟਿਕਟੋਕਰਸ ਔਰ ਯੂਟਿਊਬਰਸ ਆ, ਕਿ ਜਨਾਬ ਖੁਦਾ ਦੇ ਲਈ, ਕਿ ਮਤਲਬ ਇਸ ਚੀਜ਼ ਨੂੰ ਰੋਕ ਦਿਓ ਹੁਣ। ਮਤਲਬ ਰੋਜ਼ ਇੱਕੋ ਹੀ ਟੌਪਿਕ ਆ, ਔਰ ਇੱਕੋ ਹੀ ਜੀ ਲੀਜ਼ਾ ਸਹਿਰ ਦੀ ਵੀਡੀਓ ਆ ਗਈ ਤੇ ਲਿਖ ਦਿੱਤਾ ਗਿਆ, ਵੀਡੀਓ ਤੇ ਕੀ ਬਣੀ ਹੈ ਤੇ ਕੀ ਲੀਕ ਹੋਈ ਆ, ਤੇ ਅਸੀਂ ਉਹਨੂੰ ਰੱਟ ਦਿੱਤਾ ਹੈ, ਔਰ ਅਸੀਂ ਉਹਦਾ ਜਿਹੜਾ ਰਹਿੰਦੀ ਖੁੰਦੀ ਇੱਜ਼ਤ ਸੀ ਉਹ ਖਰਾਬ ਕਰਨ ਦੇ ਤੁਲੇ ਹੋਏ। ਇਹ ਸਾਡੇ ਦੀਨ ਇਸਲਾਮ ਦੇ ਵਿੱਚ ਵੀ ਇੱਕ ਗੱਲ ਹੈ ਜੀ, ਕਿ ਗੁਨਾਹ ਨੂੰ ਕਹਿ ਲਓ ਕਿ ਨਸ਼ਰ ਨਹੀਂ ਕਰਨਾ ਚਾਹੀਦਾ, ਮਤਲਬ ਉਹਨੂੰ ਉਹਦੀ ਤਸ਼ਹੀਰ ਨਹੀਂ ਕਰਨੀ ਚਾਹੀਦੀ, ਗੁਨਾਹ ਨੂੰ ਛੁਪਾਉਣਾ ਚਾਹੀਦਾ, ਉਹ ਕਿਉਂਕਿ ਬੰਦੇ ਦਾ ਤੇ ਰੱਬ ਦਾ ਮਾਮਲਾ ਹੈ। ਬਸ ਅਸੀਂ ਮੁਨਸਫ ਵੀ ਇੱਥੇ ਆਪ ਬਣੇ ਆ, ਮੁਲਜ਼ਮ ਵੀ ਅਸੀਂ ਆਪ ਹਾਂ, ਮੁਨਸਫ ਵੀ ਆਪ ਹਾਂ, ਤੇ ਫਿਰ ਅਸੀਂ ਦੋਸ਼ ਦਿੰਦੇ ਹਾਂ ਜੀ ਜਿਹੜੇ ਸਾਡੇ ਉੱਪਰ ਇੰਤਜ਼ਾਮੀਆ ਜਾਂ ਆਲਾ ਹੁਕਾਮ ਜਾਂ ਅਦਲੀਆ, ਪੁਲਿਸ, ਫਿਰ ਉਹਨੂੰ ਅਸੀਂ ਦਿੰਦੇ ਹਾਂ ਜੀ ਇਲਜ਼ਾਮ, ਵੀ ਸਾਡਾ ਮਾਮਲਾ ਨਹੀਂ ਸੁਣਿਆ ਜਾ ਰਿਹਾ। ਤੇ ਇਹ ਪਤਾ ਨਹੀਂ ਹੁਣ ਕਦੋਂ ਤੱਕ ਅਸੀਂ ਇਸ ਚੀਜ਼ 'ਚੋਂ ਬਾਹਰ ਨਿਕਲਣਾ ਹੈ, ਕਿ ਅਸੀਂ ਇਸ ਚੀਜ਼ ਨੂੰ ਪਛਾਣੀਏ, ਕਿ ਸਾਡੇ ਅੰਦਰ ਉਹ ਤਹੰਮਲ, ਮਜ਼ਾਜੀ ਬਰਦਾਸ਼ਤ ਔਰ ਬਹੁਤ ਸਾਰੀਆਂ ਨੈਗਲਿਸੀਆਂ ਤੋਂ ਅਸੀਂ ਬਾਹਰ ਨਿਕਲ ਆਈਏ, ਤੇ ਸ਼ਾਇਦ ਇਹ ਮਾਸ਼ਰਾ ਠੀਕ ਹੋ ਜਾਏ। ਬਸ ਮੇਰੀ ਅੱਜ ਦੀ ਗੱਲ ਇਹੀ ਸੀ, ਔਰ ਮੈਂ ਉਮੀਦ ਕਰਦਾ ਕਿ ਜਿਹੜੇ ਮੇਰੇ ਵੀਵਰਸ ਪੰਜਾਬੀ ਵਲੌਗ ਵੇਖਦੇ ਆ, ਉਹਨਾਂ ਨੂੰ ਮੇਰੀ ਇਹ ਗੱਲ ਬਹੁਤ, ਸਾਰਿਆਂ ਨੂੰ ਅੱਛੀ ਨਹੀਂ ਲੱਗੀ ਹੋਏਗੀ, ਉਹਨਾਂ ਕੋਲ ਮੈਂ ਮਾਜ਼ਰਤ ਕਰਾਂਗਾ ਅਗਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਈ ਹੈ, ਤੇ ਜਿਨ੍ਹਾਂ ਨੂੰ ਸਮਝ ਆਈ ਹੈ ਤੇ ਉਹ ਮੈਨੂੰ ਕਮੈਂਟ 'ਚ ਜ਼ਰੂਰ ਦੱਸਣਗੇ ਕਿ ਮੈਂ ਕਿੰਨੀ ਸਿੱਧੀ ਸਿੱਧੀ ਗੱਲ ਕੀਤੀ ਹੈ ਪੰਜਾਬੀ ਦੇ ਵਿੱਚ, ਤੇ ਕਿੰਨਾ ਕੁ ਮਤਲਬ ਤੁਸੀਂ ਸਮਝੇ, ਤੇ ਕਿਹੜਾ ਮੈਸੇਜ ਸੀਗਾ ਔਰ ਕੀ ਮੈਸੇਜ ਮੈਂ ਦੇਣਾ ਚਾਹ ਰਿਹਾ। ਸਾਰੀਆਂ ਚੀਜ਼ਾਂ ਤੁਸੀਂ ਐਨਾਲਿਸਿਸ ਕਰਨੀਆਂ, ਕਿਉਂਕਿ ਮੇਰੇ ਵੱਲੋਂ ਤਾਂ ਮੈਂ ਤੇ ਉਹ ਪਾਸ ਜੋ ਮੇਰੇ ਦਿਮਾਗ 'ਚ ਆਈ ਜਾਂਦਾ, ਜੋ ਮੇਰਾ ਐਨਾਲਿਸਿਸ ਆ, ਉਹ ਮੈਂ ਤੁਹਾਡੇ ਅੱਗੇ ਪੇਸ਼ ਕਰਦਾ। ਤੇ ਤੁਹਾਡੇ ਅੱਗੇ ਇੱਕ ਦਰਖਾਸਤ ਇਹ ਵੀ ਹੈ ਕਿ ਸਾਡੇ ਚੈਨਲ ਨੂੰ, ਬੋਲ ਨਿਊਜ਼ HD ਨੂੰ ਜਨਾਬ ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਵਜਾਓ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅਗਲੇ ਪ੍ਰੋਗਰਾਮ ਤੱਕ ਲਈ ਕਮਰ ਅब्बास ਮਾਨ ਨੂੰ ਇਜਾਜ਼ਤ ਦਿਓ। अल्लाह हाफिज़। पाकिस्तान जिंदाबाद।